ਲਓ ਵੀ ਵਿਦਿਆਰਥੀਓ ਸਤਿ ਸ੍ਰੀ ਅਕਾਲ। ਲਾਜ਼ਮੀ ਪੰਜਾਬੀ ਤੇ 12ਵੀਂ ਸ਼੍ਰੇਣੀ ਉਹਦੇ ਵਿੱਚ ਆਪਾਂ ਹੁਣ ਰਿਵੀਜ਼ਨ ਕਰਨ ਲੱਗੇ ਆ ਕਿਉਂਕਿ ਪੇਪਰ ਸਾਡੇ ਕਾਫੀ ਨਜ਼ਦੀਕ ਨੇ। ਸਾਡੇ ਕੋਲ ਮੈਂ ਮੰਨ ਕੇ ਚੱਲ ਰਿਹਾ ਕਿ ਇਸ ਮੌਕੇ 3 ਤਰ੍ਹਾਂ ਦੇ ਵਿਦਿਆਰਥੀ ਬੈਠੇ ਆ। ਇੱਕ ਉਹ ਵਿਦਿਆਰਥੀ ਜਿਨ੍ਹਾਂ ਨੇ ਸੋਚਿਆ ਹੋਇਆ ਕਿ ਅਸੀਂ ਬਹੁਤ ਹਾਈ ਸਕੋਰ ਕਰਨਾ, 100 ਚੋਂ 100 ਨੰਬਰ ਲੈਣੇ ਆ। ਇੱਕ ਉਹ ਵਿਦਿਆਰਥੀ ਜਿਹੜੇ ਵਧੀਆ ਪੜ੍ਹ ਰਹੇ ਨੇ, ਕੁਝ ਘਰ ਦੀਆਂ ਜ਼ਿੰਮੇਵਾਰੀਆਂ ਵੀ ਨੇ ਉਹਨਾਂ ਨੂੰ, ਤੇ ਉਹ ਆਮ ਤੌਰ ਦੇ ਉੱਤੇ 60 70 80 ਦੇ ਆਸ-ਪਾਸ ਨੰਬਰ ਜਿਹੜੇ ਆ ਉਹ ਲੈ ਜਾਂਦੇ ਆ। ਤੇ ਕੁਝ ਉਹ ਵਿਦਿਆਰਥੀ ਆ ਜਿਹੜੇ ਪਹਿਲਾਂ ਨਹੀਂ ਧਿਆਨ ਦੇ ਸਕੇ ਖੇਡਾਂ ਕਰਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ, ਤੇ ਉਹ ਇਸ ਮੌਕੇ 35 40 ਦੇ ਚੱਕਰ ਦੇ ਵਿੱਚ ਫਸੇ ਹੋਏ ਆ। ਤੇ ਉਹ ਵੀ ਚਾਹੁੰਦੇ ਆ ਕਿ ਹਾਂ ਅਸੀਂ ਮਗਰਲੇ ਦਿਨਾਂ ਦੇ ਵਿੱਚ ਪੂਰਾ ਜ਼ੋਰ ਲਾ ਕੇ ਜਿੰਨਾ ਹੋ ਸਕੀਏ ਸਕੋਰ ਕਰ ਸਕੀਏ। ਸੋ ਇਸ ਕਰਕੇ ਇਹ ਜਿਹੜੇ ਨੋਟਸ ਤੁਹਾਡੇ ਨਾਲ ਸਾਂਝੇ ਕਰ ਰਹੇ ਆ, ਤੁਹਾਨੂੰ ਸੌਖੇ ਕਰਕੇ ਚੀਜ਼ਾਂ ਜਿਹੜੀਆਂ ਦੱਸ ਰਹੇ ਆ, ਉਹ ਤੁਹਾਡੇ ਵਰਗੇ ਜਿਹੜੇ ਵਿਦਿਆਰਥੀ ਨੇ ਕਲਾਸ ਦੇ ਵਿੱਚ ਪੜ੍ਹਦੇ ਨੇ ਹਨਾ, ਉਹਨਾਂ ਦੀ ਕਾਪੀ ਲੈ ਕੇ, ਤਾਂ ਕਿ ਤੁਹਾਨੂੰ ਬੜਾ ਐਂ ਲੱਗੇ ਕਿ ਹਾਂ ਤੁਹਾਡੇ ਨਾਲ ਤੁਹਾਡੇ ਲੈਵਲ ਤੇ ਗੱਲ ਹੋ ਰਹੀ ਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸੋ ਸਭ ਤੋਂ ਪਹਿਲਾਂ ਹੈ ਕੇਂਦਰੀ ਭਾਵ ਆਪਾਂ ਸਾਂਝਾ ਕਰ ਰਹੇ ਹਾਂ ਟੁਕੜੀ ਜਗ ਤੋਂ ਨਿਆਰੀ ਕਵਿਤਾ ਦਾ। ਠੀਕ ਹੈ, ਇਹ ਕੀ ਹੈ ਕਿ ਟੁਕੜੀ ਜਗ ਤੋਂ ਨਿਆਰੀ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕੀਤਾ ਗਿਆ ਹੈ। ਭਾਈ ਵੀਰ ਸਿੰਘ ਕੁਦਰਤ ਦਾ ਕਵੀ ਹੈ ਅਤੇ ਉਸਨੇ ਖੂਬਸੂਰਤ ਸ਼ਬਦਾਂ ਨਾਲ ਕਸ਼ਮੀਰ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ। ਹੁਣ ਜਿਨ੍ਹਾਂ ਨੇ ਤਾਂ ਪੁਰਾਣੇ ਤੌਰ ਤੇ ਬਾਹਲਾ ਨਹੀਂ ਕਵਰ ਕਰ ਸਕੇ, ਜਿਨ੍ਹਾਂ ਨੂੰ ਕੋਟੇਸ਼ਨਾਂ ਵਗੈਰਾ ਯਾਦ ਨਹੀਂ ਹੁੰਦੀਆਂ, ਉਹ ਤਾਂ ਇੱਥੇ ਤੱਕ ਹੀ ਲਿਖ ਦੇਣ ਤੇ ਉਹਨਾਂ ਦਾ ਵੇਲਾ ਜਿਹੜਾ ਪੂਰਾ ਹੋ ਜਾਏਗਾ। ਜਿਹੜੇ ਵਧੀਆ ਨੰਬਰ ਲੈਣਾ ਚਾਹੁੰਦੇ ਨੇ ਉਹ ਨਾਲ ਥੱਲੇ ਕੋਟੇਸ਼ਨ ਵੀ ਲਿਖ ਸਕਦੇ ਨੇ, ਜਿਵੇਂ ਤੁਸੀਂ ਦੇਖ ਰਹੇ ਹੋ। ਹੈ ਧਰਤੀ ਪਰ ਛੋਹ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ, ਧਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਚਮਕੇ। ਉਸ ਤੋਂ ਬਾਅਦ ਅਗਲੀ ਕਵਿਤਾ ਸਾਡੇ ਕੋਲੇ ਹੁੰਦੀ ਹੈ, ਸਾਡੇ ਸਾਹਮਣੇ ਆਉਂਦੀ ਹੈ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਪੂਰਨ ਸਿੰਘ ਖੁੱਲੀ ਕਵਿਤਾ ਲਿਖਣ ਵਾਲਾ ਕਵੀ ਹੈ। ਇਸ ਕਵਿਤਾ ਵਿੱਚ ਕਵੀ ਨੂੰ ਪੁਰਾਣਾ ਸਮਾਂ ਬਹੁਤ ਚੰਗਾ ਲੱਗਦਾ ਹੈ। ਉਸ ਨੂੰ ਨਵੀਂ ਸਭਿਅਤਾ ਦੀ ਰੌਸ਼ਨੀ ਪਸੰਦ ਨਹੀਂ, ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੈ। ਠੀਕ ਹੈ, ਇੱਥੇ ਤੱਕ ਤੁਹਾਡਾ ਕੇਂਦਰੀ ਭਾਵ ਪੂਰਾ ਹੋ ਗਿਆ। ਹਾਂ, ਅਗਰ ਤੁਸੀਂ ਕੋਟੇਸ਼ਨ ਵੀ ਦੇਣੀ ਚਾਹੁੰਦੇ ਹੋ ਤਾਂ ਕਿਸ ਲਈ ਸਭ ਕੁਝ ਖੋਇਆ, ਦਵਾਈ ਖਾ ਮਰੀਜ਼ ਹੀ ਮੋਇਆ, ਹੱਥ ਸਾਡੇ ਕੀ ਆਇਆ, ਦਿਲ ਸਾਡੇ ਸਖਣੇ, ਲਾਟ ਬੁਝ ਗਈ ਹੈ। ਇਹ ਤੁਸੀਂ ਨਾਲ ਲਿਖ ਸਕਦੇ ਹੋ ਕੋਟੇਸ਼ਨ ਦੇ ਤੌਰ ਤੇ। ਉਸ ਤੋਂ ਬਾਅਦ ਅਗਲੀ ਕਵਿਤਾ ਹੈ ਵਗਦੇ ਪਾਣੀ। ਵਗਦੇ ਪਾਣੀ ਕਵਿਤਾ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਲਿਖੀ ਹੋਈ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵੀ ਨੇ ਗਤੀਸ਼ੀਲ ਹੋਣ ਦਾ ਸੁਨੇਹਾ ਦਿੱਤਾ ਹੈ। ਕਵੀ ਵੱਖ-ਵੱਖ ਚਿੰਨ੍ਹਾਂ ਪ੍ਰਤੀਕਾਂ ਦੀ ਵਰਤੋਂ ਕਰਦਾ ਹੈ। ਇਹ ਕਵਿਤਾ ਮਨੁੱਖ ਨੂੰ ਅੱਗੇ ਵਧਣ ਦਾ ਸੁਨੇਹਾ ਦਿੰਦੀ ਹੈ। ਠੀਕ ਹੈ ਜੀ। ਪਾਣੀ ਵਗਦੇ ਹੀ ਰਹਿਣ ਕਿ ਵਗਦੇ ਸੌਂਦੇ ਨੇ, ਮੈਂ ਟੁਰਦਾ ਹੀ ਰਹਾ ਕਿ ਟੁਰਿਆ ਵੱਧਦਾ ਹਾਂ, ਖਲੋਇਆ ਘਟਦਾ ਹਾਂ ਕਿ ਮੈਂ ਟੁਰਦਾ ਹੀ ਰਹਾ। ਇਹ ਤੁਸੀਂ ਕੋਟੇਸ਼ਨ ਲਿਖ ਵੀ ਸਕਦੇ ਹੋ। ਜੇ ਨਹੀਂ ਵੀ ਲਿਖਣੀ ਚਾਹੁੰਦੇ ਤਾਂ ਵੀ ਤੁਹਾਡਾ ਕੇਂਦਰੀ ਭਾਵ ਪੂਰਾ ਹੈ। ਸਾਡੀ ਅਗਲੀ ਕਵਿਤਾ ਹੈ ਤਾਜ ਮਹਿਲ। ਇਹ ਕਵਿਤਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀ ਰਚਨਾ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵੀ ਨੇ 2 ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਸ ਕਵਿਤਾ ਨੂੰ ਲਿਖਿਆ ਹੈ। ਪਹਿਲਾਂ ਉਹ ਤਾਜ ਮਹਿਲ ਦੀ ਸੁੰਦਰਤਾ ਦੀ ਗੱਲ ਕਰਦਾ ਹੈ। ਦੂਜੇ ਦ੍ਰਿਸ਼ਟੀਕੋਣ ਵਿੱਚ ਕਵੀ ਤਾਜ ਮਹਿਲ ਬਣਾਉਣ ਵਾਲੇ ਲੱਖਾਂ ਗਰੀਬਾਂ ਤੇ ਮਜ਼ਦੂਰਾਂ ਦੇ ਉੱਪਰ ਹੋਏ ਜ਼ੁਲਮਾਂ ਦਾ ਵਰਣਨ ਕਰਦਾ ਹੈ। ਤੇ ਉਹ ਇੱਕ ਕਵਿਤਾ ਸਵਾਲ ਛੱਡ ਕੇ ਜਾਂਦੀ ਹੈ। ਇਹ ਹੁਣ ਉਹਨਾਂ ਨੂੰ ਲਿਖਣਾ ਜ਼ਰੂਰੀ ਹੈ ਜਿਨ੍ਹਾਂ ਨੇ ਸੋਚਿਆ ਕਿ ਬਹੁਤ ਹਾਈ ਸਕੋਰ ਅਸੀਂ ਕਰਨਾ ਹੈ। ਕੀ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ, ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ। ਇਸ ਤੋਂ ਬਾਅਦ ਸਾਡੇ ਕੋਲ ਅਗਲੀ ਕਵਿਤਾ ਹੈ ਚੁੰਮ ਚੁੰਮ ਰੱਖੋ। ਚੁੰਮ ਚੁੰਮ ਰੱਖੋ ਕਵਿਤਾ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਨੰਦ ਲਾਲ ਨੂਰਪੁਰੀ ਦੀ ਲਿਖੀ ਹੋਈ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਯੁੱਧ ਪਿੱਛੋਂ ਵਾਪਸੀ ਦੀ ਉਡੀਕ ਕਰ ਰਹੀ ਉਹਨਾਂ ਦੀ ਦਾਦੀ ਭਾਵ ਮਾਤਾ ਗੁਜਰੀ ਦੇ ਭਾਵ ਜਿਹੜੇ ਹੈਗੇ ਨੇ ਉਹ ਬਿਆਨ ਕੀਤੇ ਹਨ। ਲੱਗੇ ਹੋਏ ਕਾਠੀ ਉੱਤੇ ਖੂਨ ਨੇ ਇਹ ਦੱਸਿਆ, ਲੱਗੇ ਹੋਏ ਕਾਠੀ ਉੱਤੇ ਲਹੂ ਨੇ ਇਹ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾ ਵਸਿਆ, ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਚੁੰਮ ਚੁੰਮ ਰੱਖੋ। ਇਹ ਕੋਟੇਸ਼ਨ ਤੁਸੀਂ ਲਿਖ ਵੀ ਸਕਦੇ ਹੋ, ਨਹੀਂ ਚਾਹੁੰਦੇ ਤਾਂ ਨਹੀਂ ਵੀ ਲਿਖ ਸਕਦੇ। ਕੇਂਦਰੀ ਭਾਵ ਤੁਹਾਡਾ ਵੈਸੇ ਵੀ ਮੁਕੰਮਲ ਹੈ।
ਉਸ ਤੋਂ ਬਾਅਦ ਅੱਗੇ ਕਵਿਤਾ ਆਉਂਦੀ ਹੈ ਜੀ ਦੋਸਤਾ ਕਵਿਤਾ ਪਿਆਰਾ ਸਿੰਘ ਸਹਿਰਾਈ ਦੀ ਲਿਖੀ ਹੋਈ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਕਵੀ ਅਨੁਸਾਰ ਮਨੁੱਖ ਨੂੰ ਸਮੇਂ ਦੀ ਨਜ਼ਾਕਤ ਪਹਿਚਾਨਣੀ ਚਾਹੀਦੀ ਹੈ। ਮਨੁੱਖ ਨੂੰ ਉਸਾਰੂ ਮੁੱਲ ਵਿਧਾਨ ਧਾਰਨ ਕਰਨਾ ਚਾਹੀਦਾ ਹੈ। ਕਵੀ ਸੁਨੇਹਾ ਦਿੰਦਾ ਹੈ ਕਿ ਹਿੰਮਤ, ਲਗਨ, ਮਿਹਨਤ ਅਤੇ ਕਿਰਤ ਨੂੰ ਅਪਣਾ ਕੇ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਪ੍ਰਾਪਤ ਕੀਤੇ ਜਾ ਸਕਦੇ ਹਨ। ਤੇ ਜੇ ਕੋਟੇਸ਼ਨ ਲਿਖਣੀ ਚਾਹੁੰਦੇ ਹੋ ਤਾਂ ਜ਼ਿੰਦਗੀ ਨੂੰ ਭਰ ਹੁੰਗਾਰਾ ਦੋਸਤਾ, ਤੱਕ ਜੁਗਾਂ ਦਾ ਇਸ਼ਾਰਾ ਦੋਸਤਾ। ਉਸ ਤੋਂ ਬਾਅਦ ਅਗਲੀ ਕਵਿਤਾ ਹੈ ਜੀ ਵਾਰਿਸ਼ਾ। ਵਾਰਿਸ਼ਾ ਕਵਿਤਾ ਅੰਮ੍ਰਿਤ ਪ੍ਰੀਤਮ ਦੀ ਲਿਖੀ ਹੋਈ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਦੇਸ਼ ਵੰਡ ਦਾ ਦੁਖਾਂਤ ਪੇਸ਼ ਕੀਤਾ ਗਿਆ ਹੈ। ਕਵਿਤਰੀ ਨੂੰ ਦੁੱਖ ਹੈ ਕਿ ਪੰਜਾਬ ਦੇ ਸਰਬ ਸਾਂਝੇ ਸੱਭਿਆਚਾਰ ਵਿੱਚ ਨਫ਼ਰਤ ਦਾ ਜ਼ਹਿਰ ਕਿਉਂ ਫੈਲ ਗਿਆ। ਇਸ ਕਵਿਤਾ ਵਿੱਚ ਉਹ ਪ੍ਰਸਿੱਧ ਕਿੱਸਾ ਕਵੀ ਵਾਰਿਸ ਸ਼ਾਹ ਨੂੰ ਸੰਬੋਧਨ ਹੁੰਦੀ ਹੈ। ਕੀ ਲਿਖਦੀ ਹੈ ਉਹ? ਅੱਜ ਆਖਾਂ ਵਾਰਿਸ ਸ਼ਾਹ ਨੂੰ ਤੂਹੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇਸ ਤੋਂ ਬਾਅਦ ਬੜੀ ਖੂਬਸੂਰਤ ਕਵਿਤਾ ਹੈ ਮੇਰਾ ਬਚਪਨ। ਇਹ ਕਵਿਤਾ ਹਰਭਜਨ ਸਿੰਘ ਦੀ ਲਿਖੀ ਹੋਈ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਕਵਿਤਾ ਵਿੱਚ ਕਵੀ ਨੇ ਬਾਪ ਤੋਂ ਬਿਨਾਂ ਬੱਚੇ ਦੇ ਬਚਪਨ ਦੇ ਰੁੱਲ ਜਾਣ ਦਾ ਦੁੱਖ ਪੇਸ਼ ਕੀਤਾ ਹੈ। ਕਵੀ ਅਨੁਸਾਰ ਵਿਧਵਾ ਮਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੱਚੇ ਦਾ ਬਚਪਨ ਬਰਬਾਦ ਹੋ ਜਾਂਦਾ ਹੈ। ਜੇ ਕੋਟੇਸ਼ਨ ਦੇਖਣੀ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ, ਲਿਖੀ ਹੋਈ ਹੈ ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਜਦੋਂ ਬੱਚਾ ਵੱਡਾ ਹੋ ਜਾਂਦਾ ਤਾਂ ਉਹਨੂੰ ਐਂ ਲੱਗਦਾ ਕਿ ਮੈਂ ਸਿੱਧਾ ਹੀ ਬਚਪਨ ਤੋਂ ਜਵਾਨੀ ਜਾਂ ਬੁਢਾਪੇ ਵਾਲੇ ਪਾਸੇ ਆ ਗਿਆ, ਮੈਨੂੰ ਬਚਪਨ ਮਾਣਨ ਦਾ ਮੌਕਾ ਨਹੀਂ ਮਿਲਿਆ। ਅੱਗੇ ਆਉਂਦੀ ਹੈ ਜੀ ਕਵਿਤਾ ਗੀਤ। ਗੀਤ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ। ਸ਼ਿਵ ਕੁਮਾਰ ਬਿਰਹਾ ਦਾ ਸੁਲਤਾਨ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਸ ਰਚਨਾ ਵਿੱਚ ਉਹ ਭੱਠੀ ਵਾਲੀ ਦਾ ਚਿੰਨ੍ਹ ਵਰਤ ਕੇ ਇਸ ਸੰਸਾਰ ਤੋਂ ਤੁਰ ਜਾਣਾ ਚਾਹੁੰਦਾ ਹੈ। ਉਸ ਨੂੰ ਆਪਣੇ ਹਾਣੀਆਂ ਦੇ ਤੁਰ ਜਾਣ ਦਾ ਗਮ ਹੈ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ ਨੀ ਦੁੱਖਾਂ ਦਾ ਪਰਾਗਾ ਭੁੰਨਦੇ ਭੱਠੀ ਵਾਲੀਏ। ਕੋਟੇਸ਼ਨ ਲਿਖਣੀ ਜਾਂ ਨਾ ਲਿਖਣੀ ਇਹ ਤੁਹਾਡੇ ਤੇ ਆ। ਤੇ ਆਖਰ ਦੇ ਵਿੱਚ ਹੈ ਜੀ ਐਵੇਂ ਨਾ ਬੁੱਤਾਂ ਤੇ ਡੋਲੀ ਜਾ ਪਾਣੀ। ਸੁਰਜੀਤ ਪਾਤਰ ਦੀ ਰਚਨਾ ਹੈ। ਇਹ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈ। ਇਹ ਇੱਕ ਪ੍ਰਤੀਕਾਤਮਕ ਰਚਨਾ ਹੈ। ਇਹ 'ਚ ਵੱਖ-ਵੱਖ ਸਿੰਬਲ, ਵੱਖ-ਵੱਖ ਚਿੰਨ੍ਹ ਵਰਤੇ ਗਏ ਨੇ। ਇਸ ਵਿੱਚ ਕਵੀ ਨੇ ਪਾਣੀ, ਬਿਰਖ ਅਤੇ ਹਵਾ ਰਾਹੀਂ ਸੰਕੇਤਾਂ ਵਿੱਚ ਗੱਲ ਕੀਤੀ ਹੈ। ਕਵੀ ਅਨੁਸਾਰ ਭਾਵ ਰੱਖਣ ਵਾਲੇ ਲੋਕ ਜੇਕਰ ਦੁਖੀ ਹੋਣਗੇ ਤਾਂ ਉਹਨਾਂ ਦਾ ਦਰਦ ਨਹੀਂ ਦੇਖਿਆ ਜਾ ਸਕੇਗਾ। ਕਵੀ ਕਹਿੰਦਾ ਹੈ ਕਿ ਰੋਣਗੇ ਪੱਥਰ ਤਾਂ ਦੁਨੀਆ ਦੇਖੇਗੀ, ਕੌਣ ਸਕੇਗਾ ਦੇਖ ਜਦ ਰੋਵੇਗਾ ਪਾਣੀ। ਸੋ ਵਿਦਿਆਰਥੀਓ, ਮੈਂ ਸੋਚਿਆ ਕਿ ਇਹ ਜਿਹੜੇ ਵਿਦਿਆਰਥੀਆਂ ਨੂੰ ਜਮਾਤ ਦੇ ਵਿੱਚ ਨੋਟਸ ਜਿਹੜੇ ਹੈਗੇ ਆ ਡਿਕਟੇਟ ਕਰਵਾਏ ਗਏ ਆ, ਸੋ ਤੁਹਾਡੇ ਨਾਲ ਵੀ ਸਾਂਝੇ ਕਰਾਂ। ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਦੁਨੀਆ ਦੇ ਜਿਸ ਹਿੱਸੇ ਵਿੱਚ ਵੀ ਤੁਸੀਂ ਬੈਠੇ ਹੋ, ਤੁਹਾਡੇ ਨਾਲ ਬੜੇ ਸੌਖੇ ਸ਼ਬਦਾਂ ਦੇ ਵਿੱਚ ਕਵਿਤਾਵਾਂ ਦੇ ਕੇਂਦਰੀ ਭਾਵ ਜਿਹੜੇ ਹੈਗੇ ਆ ਉਹ ਸਾਂਝੇ ਕੀਤੇ ਆ। ਜੇ ਤੁਹਾਨੂੰ ਇਹ ਠੀਕ ਲੱਗਣ ਤਾਂ ਤੁਸੀਂ ਆਪਣੇ ਬਾਕੀ ਸਾਥੀਆਂ ਨਾਲ ਵੀ ਲਿੰਕ ਸ਼ੇਅਰ ਕਰ ਸਕਦੇ ਹੋ। ਸੁਝਾਅ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜ ਸਕਦੇ ਹੋ। ਇਸੇ ਤਰ੍ਹਾਂ ਕਹਾਣੀਆਂ ਦੇ ਸਾਰ ਤੇ ਬਾਕੀ ਜਿੰਨੇ ਵੀ ਲਾਜ਼ਮੀ ਪੰਜਾਬੀ ਨਾਲ ਸੰਬੰਧਿਤ ਨੋਟਸ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਜਾਣਗੇ। ਠੀਕ ਹੈ, ਸੋ ਉਮੀਦ ਕਰਦੇ ਹਾਂ ਕਿ ਛੇਤੀ ਆਪਾਂ ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂ। ਸਤਿ ਸ੍ਰੀ ਅਕਾਲ।